ਉਹਦੀ ਉਲੰਘਣਾ ਹੈ ਸ਼ਰੇਆਮ। ਕਿਸਾਨਾਂ ਦੀ ਸਲਾਹ ਬਿਨਾਂ ਉਹ ਕਾਨੂੰਨ ਨਹੀਂ ਬਣਨੇ ਚਾਹੀਦੇ। ਜੇ ਅਸੀਂ ਕਾਨਸਟੀਟਿਊਸ਼ਨ ਦਾ ਵੀ ਜਿਹੜਾ ਹੈਗਾ ਬਿਲਕੁਲ ਸ਼ਰੇਆਮ ਤੈਸ਼-ਨੈਸ਼ ਆ। ਕਾਨਸਟੀਟਿਊਸ਼ਨ ਦੇ ਵਿੱਚ ਖੇਤੀਬਾੜੀ ਸਟੇਟ ਦਾ ਸਬਜੈਕਟ ਆ। ਇਹ ਸੂਬਿਆਂ ਨੂੰ ਹੀ ਅਧਿਕਾਰ ਬਣਾਉਣੇ ਚਾਹੀਦੇ ਸੀ। ਆਰਡੀਨੈਂਸ ਤਾਂ ਬਿਲਕੁਲ ਜੇਕਰ ਐਮਰਜੈਂਸੀ ਹੋਏ, ਬਹੁਤ ਜ਼ਰੂਰਤ ਹੋਏ ਤਾਂ ਹੀ ਲਿਆਏ ਜਾ ਸਕਦੇ ਆ, ਪਰ ਇਸ ਟਾਈਮ ਕੋਈ ਐਮਰਜੈਂਸੀ ਨਹੀਂ ਸੀ। ਇਸ ਟਾਈਮ ਤਾਂ ਪਹਿਲਾਂ ਹੀ ਕਰੋਨਾ ਹੈਗਾ। ਕਰੋਨਾ ਦੀ ਆੜ ਦੇ ਵਿੱਚ ਹੀ ਇਹਨਾਂ ਨੇ ਇਹ ਚੀਜ਼ ਬਣਾਈ ਆ ਵੀ ਤਾਂ ਕਿ ਕੋਈ ਬੋਲ ਨਹੀਂ ਸਕੇਗਾ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕੜਾਕੇ ਦੀ ਠੰਡ ਦੇ ਵਿੱਚ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ ਉੱਤੇ ਡਟੇ ਹੋਏ ਨੇ। 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ, ਪਰੰਤੂ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਹੁਣ ਜਦੋਂ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣਨਾ ਸ਼ੁਰੂ ਹੋਇਆ ਹੈ, ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਤਿੱਖਾ ਕਰਨ ਦੀ ਗੱਲ ਕਹੀ ਗਈ ਹੈ, ਤਾਂ ਬੀਤੇ ਦਿਨੀ ਕੇਂਦਰ ਸਰਕਾਰ ਵੱਲੋਂ 2 ਕਾਨੂੰਨਾਂ ਨੂੰ ਜਿਹੜਾ ਹੈਗਾ ਵਾਪਸ ਲੈਣ ਦੀ ਗੱਲ ਕਹੀ ਗਈ ਆ। ਖੇਤੀ ਦੇ ਨੂੰ ਲੈ ਕੇ ਜਿਹੜਾ ਹੈਗਾ ਇੱਕ ਕਾਨੂੰਨ ਪਰਾਲੀ ਨੂੰ ਲੈ ਕੇ ਜੋ ਕਿਹਾ ਗਿਆ ਸੀ ਕਿ ਪਰਾਲੀ ਫੂਕਣ 'ਤੇ 1 ਕਰੋੜ ਰੁਪਏ ਜੁਰਮਾਨਾ, ਅਤੇ ਦੂਜਾ ਬਿਜਲੀ ਐਕਟ ਨੂੰ ਲੈ ਕੇ। ਪਰੰਤੂ ਜਿਹੜੇ 3 ਮੇਨ ਕਾਨੂੰਨ ਹਨ ਜਿਨ੍ਹਾਂ ਨੂੰ ਲੈ ਕੇ ਇਹ ਸੰਘਰਸ਼ ਸ਼ੁਰੂ ਕੀਤਾ ਗਿਆ, ਉਹ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ। ਸਰਕਾਰ ਉਹਨਾਂ ਨੂੰ ਲਾਗੂ ਕਰਨ 'ਤੇ ਅੜੀ ਹੋਈ ਹੈ, ਜਿਸ ਨੂੰ ਲੈ ਕੇ ਸਰਕਾਰ ਵੱਲੋਂ ਹੁਣ 4 ਜਿਹੜੇ ਹੈਗੇ ਜਨਵਰੀ ਦਾ ਸਮਾਂ ਦਿੱਤਾ ਗਿਆ ਗੱਲਬਾਤ ਦੇ ਲਈ। ਤੇ ਲਗਾਤਾਰ ਕਾਨੂੰਨੀ ਮਾਹਰਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਲੋਕਤੰਤਰ ਦੇ ਇਸ ਦੇਸ਼ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ। ਜਿਸ ਤਰ੍ਹਾਂ ਕਿਸਾਨ ਸੜਕਾਂ ਦੇ ਉੱਤੇ ਰੁਲ ਰਹੇ ਨੇ, ਉਹਨਾਂ ਦੇ ਜੋ ਹੱਕ ਆ, ਉਹਨਾਂ ਦੇ ਰਾਈਟ ਬਣਦੇ ਨੇ, ਉਹਨਾਂ ਦੀ ਕਿਤੇ ਨਾ ਕਿਤੇ ਉਲੰਘਣਾ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਨੁੱਖੀ ਅਧਿਕਾਰਾਂ ਦੇ ਸੀਨੀਅਰ ਵਕੀਲ ਮਹਿੰਦਰ ਸਿੰਘ ਜੀ ਦੇ ਨਾਲ, ਜੋ ਕਿ ਲਿਖਣ ਦਾ ਸ਼ੌਂਕ ਵੀ ਰੱਖਦੇ। ਇਹਨਾਂ ਨੇ ਇੱਕ ਕਿਤਾਬ ਵੀ ਲਿਖੀ ਆ ਮਨੁੱਖੀ ਅਧਿਕਾਰਾਂ ਦਾ ਕਾਨੂੰਨ। ਲਗਾਤਾਰ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਲੜਾਈ ਲੜਦੇ ਆ ਰਹੇ ਨੇ। ਇਹਨਾਂ ਦੇ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਆ। ਵਕੀਲ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਦਾ NRI TV ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਵੋਕੇਟ ਸਾਹਿਬ, ਕਿਵੇਂ ਦੇਖਦੇ ਹੋ ਲਗਾਤਾਰ ਕਿਹਾ ਜਾ ਰਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ ਕੇਂਦਰ ਸਰਕਾਰ? ਲੋਕਤੰਤਰ ਦੇਸ਼ ਆ ਤੇ ਲੋਕਤੰਤਰ ਦਾ ਵੀ ਜਿਹੜਾ ਹੈਗਾ ਘਾਣ ਕੀਤਾ ਜਾ ਰਿਹਾ ਕੇਂਦਰ ਸਰਕਾਰ ਵੱਲੋਂ। ਦੇਖੋ, ਕੱਲ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ 4 ਪੁਆਇੰਟਾਂ ਦੀ ਜਿਹੜੀ ਮੀਟਿੰਗ ਹੋਈ ਆ, 2 ਪੁਆਇੰਟਾਂ 'ਤੇ ਤਾਂ ਫੈਸਲਾ ਹੋ ਗਿਆ, ਪਰ 2 ਪੁਆਇੰਟ ਉਹ ਇੰਨੇ ਇੰਪੋਰਟੈਂਟ ਨਹੀਂ ਸੀ। ਜਿਹੜੇ ਅਸਲੀ ਪੁਆਇੰਟ ਜਿਹੜੇ 2 ਆ, 3 ਖੇਤੀਬਾੜੀ ਦੇ ਜਿਹੜੇ ਕਾਨੂੰਨ ਔਰ ਇੱਕ MSP ਦਾ ਮਸਲਾ, ਇਹ ਮੇਨ ਹੈਗੇ ਆ। ਹੁਣ ਹੈਗੀ ਆ ਵੀ ਜਿਹੜੇ 3 ਕਾਨੂੰਨ ਆ ਉਹ ਉਲੰਘਣਾ ਕਿੱਥੇ ਹੋਈ ਆ। ਇੱਕ ਤਾਂ ਮਨੁੱਖੀ ਅਧਿਕਾਰਾਂ ਦਾ ਆਰਟੀਕਲ 2 ਹੈਗਾ 2018 ਦਾ, ਉਹ ਕਿਸਾਨਾਂ ਲਈ ਹੈਗਾ ਸੀ ਡਿਕਲੇਰੇਸ਼ਨ, ਉਹਦੀ ਉਲੰਘਣਾ ਹੈ ਸ਼ਰੇਆਮ। ਕਿਸਾਨਾਂ ਦੀ ਸਲਾਹ ਬਿਨਾਂ ਉਹ ਕਾਨੂੰਨ ਨਹੀਂ ਬਣਨੇ ਚਾਹੀਦੇ। ਦੂਸਰਾ, ਜੇ ਅਸੀਂ ਕਾਨਸਟੀਟਿਊਸ਼ਨ ਦਾ ਵੀ ਜਿਹੜਾ ਹੈਗਾ ਬਿਲਕੁਲ ਸ਼ਰੇਆਮ ਤੈਸ਼-ਨੈਸ਼ ਆ। ਕਾਨਸਟੀਟਿਊਸ਼ਨ ਦੇ ਵਿੱਚ ਖੇਤੀਬਾੜੀ ਸਟੇਟ ਦਾ ਸਬਜੈਕਟ ਆ। ਇਹ ਸੂਬਿਆਂ ਨੂੰ ਹੀ ਅਧਿਕਾਰ ਬਣਾਉਣੇ ਚਾਹੀਦੇ ਸੀ। ਜਿਹੜਾ ਜਿਣਸਾਂ ਦਾ ਅੱਗੇ ਵਿਕਣਾ ਹੈ ਮੰਡੀਆਂ ਦਾ, ਉਹ ਵੀ ਸੂਬਿਆਂ ਦੇ ਅਧਿਕਾਰ ਆ। ਇਹ ਸੈਂਟਰ ਨੂੰ ਨਹੀਂ ਬਣਾਉਣੇ ਚਾਹੀਦੇ ਸੀ। ਇਸ ਲਈ ਜਿਹੜੇ ਇਹ 3 ਕਾਨੂੰਨ ਦਾ ਜਿਹੜਾ ਹੈ ਇਹ ਹਰ ਹਾਲਤ ਰਿਪੀਲ ਹੋਣੇ ਚਾਹੀਦੇ ਆ। ਵਕੀਲ ਸਾਹਿਬ, ਇਹ ਸੰਘੀ ਢਾਂਚੇ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਤਹਿਸ-ਨਹਿਸ ਕੀਤਾ ਜਾ ਰਿਹਾ BJP ਦੀ ਕੇਂਦਰ ਸਰਕਾਰ ਵੱਲੋਂ। ਬਿਲਕੁਲ ਸੰਘੀ ਢਾਂਚੇ 'ਤੇ BJP ਦੀ ਸਰਕਾਰ 6 ਸਾਲਾਂ ਤੋਂ ਹੀ ਹਮਲੇ ਕਰਦੀ ਜਾ ਰਹੀ ਆ। 370 ਦਾ ਵੀ ਅਸੀਂ ਦੇਖ ਲਿਆ, ਜਾਂ CNN ਕਾਨੂੰਨ ਦਾ ਵੀ ਦੇਖਿਆ। ਜਿਹੜਾ ਹੈਗਾ ਕਰੋਨਾ ਦੀ ਆੜ ਦੇ ਵਿੱਚ ਇਹ ਜਿਹੜਾ ਹੈ ਇਹਨਾਂ ਨੇ ਇੱਕ ਪਹਿਲਾਂ ਆਰਡੀਨੈਂਸ ਬਣਾਇਆ, ਬਾਅਦ ਵਿੱਚ ਕਾਨੂੰਨ ਬਣਾਏ, ਕਰੋਨਾ ਦੀ ਆੜ ਲੈ ਕੇ ਬਣਾਏ। ਘਮੰਡ ਵੀ ਇਹਨਾਂ ਨੂੰ ਬਹੁਤ ਹੈਗਾ। ਔਰ ਸੰਘੀ ਢਾਂਚੇ ਦੇ ਬਿਲਕੁਲ ਬਹੁਤ ਵੱਡਾ ਹਮਲਾ ਹੈ। ਹੁਣ ਇਸ ਹਮਲੇ ਨੂੰ ਪਛਾੜਨਾ ਇਹ ਕਿਸਾਨ ਅੰਦੋਲਨ ਜਿਹੜਾ ਜਨ ਅੰਦੋਲਨ ਬਣਿਆ ਸਰਬੱਤ ਦੇ ਭਲੇ ਲਈ ਆ। ਔਰ ਪੂਰੀ ਆਸ ਆ ਬਈ ਜਿਹੜਾ ਜਿੰਨਾ ਕੁ ਹੁਣ ਇਸ ਟਾਈਮ ਸੈਂਟਰਲ ਗੌਰਮੈਂਟ 'ਤੇ ਪ੍ਰੈਸ਼ਰ ਆ ਵੀ ਇਹ ਕਾਨੂੰਨ ਹਰ ਹਾਲਤ ਰਿਪੀਲ ਹੋਣਗੇ।
ਜੇ ਸੈਂਟਰ ਸਰਕਾਰ ਨਹੀਂ ਮੰਨਦੀ ਤਾਂ ਸੁਪਰੀਮ ਕੋਰਟ ਜ਼ਰੂਰ ਇਹਨਾਂ 'ਤੇ ਜ਼ਰੂਰ ਕੋਈ ਨਾ ਕੋਈ ਰੋਕ ਲਾਏਗਾ। ਵਕੀਲ ਸਾਹਿਬ, ਇੱਕ ਜਾਣਕਾਰੀ ਜ਼ਰੂਰ ਮੈਂ ਚਾਹੁੰਦਾ ਕਿ ਬਾਕੀ ਲੋਕਾਂ ਨੂੰ ਮਿਲੇ। ਜਿਹੜੇ ਆਰਡੀਨੈਂਸ ਆ ਇਹ ਕਿਹੜੇ ਹਾਲਾਤਾਂ ਦੇ ਵਿੱਚ ਜਿਹੜੇ ਹੈਗੇ ਲਿਆਂਦੇ ਜਾ ਸਕਦੇ, ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਲਾਗੂ ਕੀਤਾ ਜਾ ਸਕਦਾ? ਆਰਡੀਨੈਂਸ ਤਾਂ ਬਿਲਕੁਲ ਜੇਕਰ ਐਮਰਜੈਂਸੀ ਹੋਏ, ਬਹੁਤ ਜ਼ਰੂਰਤ ਹੋਏ ਤਾਂ ਹੀ ਲਿਆਏ ਜਾ ਸਕਦੇ ਆ, ਪਰ ਇਸ ਟਾਈਮ ਕੋਈ ਐਮਰਜੈਂਸੀ ਨਹੀਂ ਸੀ। ਇਸ ਟਾਈਮ ਤਾਂ ਪਹਿਲਾਂ ਹੀ ਕਰੋਨਾ ਹੈਗਾ। ਕਰੋਨਾ ਦੀ ਆੜ ਦੇ ਵਿੱਚ ਹੀ ਇਹਨਾਂ ਨੇ ਇਹ ਚੀਜ਼ ਬਣਾਈ ਆ ਵੀ ਤਾਂ ਕਿ ਕੋਈ ਬੋਲ ਨਹੀਂ ਸਕੇਗਾ। ਪਰ ਜਿਹੜੀਆਂ ਸੰਘਰਸ਼ਸ਼ੀਲ ਕਿਸਾਨਾਂ ਦੀਆਂ ਜਥੇਬੰਦੀਆਂ ਹੈ, ਇਹਨਾਂ ਨੂੰ ਪੂਰੀ ਸਮਝ ਸੀ, ਬਹੁਤ ਪੜ੍ਹੇ ਲਿਖੇ ਆ। ਮੀਟਿੰਗਾਂ ਦੇ ਵਿੱਚ ਵੀ ਦੇਖਿਆ ਵੀ ਜਿਹੜੇ ਇੱਕ ਕਿਸਮ ਦੇ ਜਿਹੜੇ ਮਿਨਿਸਟਰ ਆ, ਐਗਰੀਕਲਚਰ ਮਿਨਿਸਟਰ ਚਾਹੇ ਜਿਹੜੇ ਹੈ, ਉਹ ਮੰਨ ਚੁੱਕਿਆ ਵੀ ਇਹਦੇ 'ਚ ਬਹੁਤ ਗਲਤੀਆਂ ਹੈਗੀਆਂ। ਉਹ ਫਿਰ ਜਿਹੜਾ ਤੁਹਾਡਾ ਸਵਾਲ ਹੈਗਾ ਵੀ ਆਰਡੀਨੈਂਸ ਕਿਸੇ ਹਾਲਤ ਵਿੱਚ ਇਹ ਲਿਆਉਣੇ ਨਹੀਂ ਹੀ ਚਾਹੀਦੇ ਸੀ, ਕਾਨੂੰਨ ਬਣਨੇ ਨਹੀਂ ਸੀ ਚਾਹੀਦੇ, ਪਰ ਕਿਉਂਕਿ ਕਮਾਂਡਾ ਵੀ ਅਸੀਂ ਜੋ ਵੀ ਕੁਝ ਮਰਜ਼ੀ ਕਰ ਸਕਦੇ ਹਾਂ, ਸਾਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਪਰ ਜੋ ਕਿਸਾਨਾਂ ਨੇ ਕੀਤਾ ਸ਼ਾਂਤਮਈ ਤਰੀਕੇ ਦੇ ਨਾਲ, ਇਹ ਉਹਦੇ ਵਿੱਚ ਸੁਪਰੀਮ ਕੋਰਟ ਵੀ ਹਾਲ ਤੱਕ ਜੋ ਸੁਪਰੀਮ ਕੋਰਟ ਨੇ ਕਿਹਾ ਹੈ ਕਿਸਾਨਾਂ ਦੇ ਹੱਕ ਵਿੱਚ ਹੀ ਗਿਆ ਹੈ। 4 ਤਰੀਕ ਨੂੰ ਦੇਖੋ ਹੁਣ ਕੀ ਬਣਦਾ ਹੈ। ਵਕੀਲ ਸਾਹਿਬ, ਕੇਂਦਰ ਸਰਕਾਰ ਦੇ ਮੰਤਰੀ ਆ, ਬੀਜੇਪੀ ਦੇ ਮੰਤਰੀ ਜਿਹੜੇ ਹੈਗੇ ਲਗਾਤਾਰ ਕਹਿ ਰਹੇ ਕਿ ਕਿਸਾਨਾਂ ਵਾਸਤੇ ਬਹੁਤ ਵਧੀਆ ਕਾਨੂੰਨ ਆ। ਜਿਨ੍ਹਾਂ ਕਿਸਾਨਾਂ ਵਾਸਤੇ ਕਾਨੂੰਨ ਲਿਆਂਦੇ ਆ ਫਾਇਦੇ ਵਾਸਤੇ, ਉਹ ਕਾਨੂੰਨ ਕਿਸਾਨਾਂ ਦਾ ਕਹਿਣਾ ਕਿ ਇਹ ਕਾਲੇ ਕਾਨੂੰਨ ਆ, ਇਹਦੇ ਨਾਲ ਸਾਡਾ ਨੁਕਸਾਨ ਆ, ਕੋਈ ਫਾਇਦਾ ਨਹੀਂ ਆ। ਫਿਰ ਬੀਜੇਪੀ ਦੀ ਸਰਕਾਰ ਜਿਨ੍ਹਾਂ ਲੋਕਾਂ ਦੇ ਵਾਸਤੇ ਇਹ ਫਾਇਦਾ ਵਾਸਤੇ ਕਾਨੂੰਨ ਲੈ ਕੇ ਆ ਰਹੀ ਹੈ, ਜਦੋਂ ਉਹ ਚਾਹ ਨਹੀਂ ਰਹੇ, ਫਿਰ ਕਿਉਂ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ 'ਤੇ ਜਿਹੜੀ ਅੜੀ ਹੋਈ ਹੈ? ਦੇਖੋ, ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਇਲੈਕਸ਼ਨ ਲੜਦੀਆਂ, ਅਰਬਾਂ ਰੁਪਏ ਖਰਚ ਹੁੰਦੇ ਆ। ਇਹਨਾਂ ਨੇ 2-3 ਬੜੇ ਘਰਾਣੇ ਆ ਜਿਨ੍ਹਾਂ ਤੋਂ ਪੈਸੇ ਲਏ ਵੇ ਆ, ਡੋਨੇਸ਼ਨ ਆਉਂਦੀ ਹੈਗੀ ਆ, ਉਹ ਫਿਰ ਉਹ ਦਬਾ ਤਾਂ ਰਹਿੰਦੇ ਹੀ ਆ। ਹੁਣ ਇਹ ਜਿਹੜੇ ਵੀ 2 ਬੜੇ ਘਰਾਣੇ ਆ, ਅਡਾਨੀ ਅੰਬਾਨੀ, ਉਹਨਾਂ ਦਾ ਪੂਰਾ ਦਬਾਅ ਹੈਗਾ, ਉਹਦੇ ਕਰਕੇ ਹੀ ਇਹ ਕਾਨੂੰਨ ਪਾਸ ਕਰਾਉਣੇ ਚਾਹੁੰਦੇ ਹੈਗੇ ਆ। ਪਰ ਹੁਣ ਕਿਸਾਨ ਜਿਹੜੇ ਜਥੇਬੰਦੀਆਂ, ਇਹਨਾਂ ਨੂੰ ਪੂਰੀ ਸਮਝ ਆ ਗਈ ਹੈਗੀ ਆ। ਕਿਸਾਨ ਅੜ ਗਏ ਹੈਗੇ ਆ, ਔਰ ਕਿਸਾਨਾਂ ਨੇ ਆਪਣੇ ਜਿਹੜੀ ਹੈਗੀ ਹੈ ਜਾਨ ਦੀ ਬਾਜੀ ਲਾਤੀ ਆ, ਔਰ ਕਿਸਾਨਾਂ ਨੇ ਉਸ ਟਾਈਮ ਤੱਕ ਵਾਪਸ ਨਹੀਂ ਆਉਣਾ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ। ਸੈਂਟਰ ਗੌਰਮੈਂਟ ਚਾਹੇ ਜਿੰਨੀ ਮਰਜ਼ੀ ਅੜੀ ਰਹੇ, ਕਿਸੇ ਕਾਨੂੰਨ ਤਾਂ ਵਾਪਸ ਹੋਣਗੇ ਹੀ ਹੋਣਗੇ। ਮੈਂ ਕਿ ਤੁਹਾਡਾ ਪਿਛਲਾ ਜਿਹੜਾ ਹੈਗਾ ਜਵਾਬ 'ਤੇ ਚੱਲਦਾ, ਤੁਸੀਂ ਦੱਸਿਆ ਸੀ ਕਿ 2018 ਦੇ ਵਿੱਚ ਕਿਸਾਨਾਂ ਵਾਸਤੇ ਜਿਹੜਾ ਬਣਾਇਆ ਗਿਆ ਸੀਗਾ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਖੇਤੀ ਕਾਨੂੰਨ ਨਹੀਂ ਬਣਾਏ ਜਾ ਸਕਦੇ। ਇਹ ਜਿਹੜਾ ਹੈਗਾ ਕਾਨੂੰਨ ਕਿਸ ਵੱਲੋਂ ਬਣਾਇਆ ਗਿਆ ਸੀਗਾ? ਇਹ ਕਾਨੂੰਨ UNO ਦੀ ਅਸੈਂਬਲੀ ਵਿੱਚ ਪਾਸ ਕੀਤਾ ਗਿਆ ਸੀ 17 ਦਸੰਬਰ 2018 ਨੂੰ। ਇਹ UNO ਦੀ ਅਸੈਂਬਲੀ ਵਿੱਚ ਪਾਸ ਕੀਤਾ ਗਿਆ। ਆਰਟੀਕਲ 2 ਹੈਗਾ, ਉਹਦੇ ਮੁਤਾਬਕ ਕੋਈ ਵੀ ਕਾਨੂੰਨ ਜਿਹੜਾ ਹੈਗਾ ਹੈ, ਜੇ ਬਣੇਗਾ ਕਿਸਾਨਾਂ ਦੀ ਬਿਹਤਰੀ ਤਾਂ ਕਿਸਾਨਾਂ ਨੂੰ ਪੁੱਛ ਕੇ ਹੀ ਬਣਾਇਆ ਜਾਏਗਾ। ਇਹ ਜਿਹੜੇ UNO ਦੇ ਜਿਹੜੇ ਹੈਗੇ ਆ ਆਦੇਸ਼ ਆ, ਕਾਨੂੰਨ ਪੂਰੀ ਦੁਨੀਆ ਦੇ ਜਿਹੜੇ ਹੈਗੇ ਆ ਦੇਸ਼ਾਂ 'ਤੇ ਲਾਗੂ ਹੁੰਦਾ ਜੀ? ਇਹ ਜਿਹੜੇ ਦੇਸ਼ ਸਿਗਨੇਚਰੀ ਆ ਉਹਨਾਂ 'ਤੇ ਲਾਗੂ ਹੋਏਗਾ। ਇੰਡੀਆ ਵੀ ਸਿਗਨੇਚਰੀ ਆ, ਇਹ 'ਤੇ ਵੀ ਲਾਗੂ ਜਿਹੜਾ ਹੈ ਹੋਣਾ ਹੀ ਹੋਣਾ ਹੈ। ਪਰ ਕਿਉਂਕਿ ਬਹੁਤ ਜਿਹੜੇ ਹੈਗੇ ਆ ਆਪਣਾ ਕੰਟਰੀ ਦਾ ਖਾਸ ਕਰਕੇ ਇਹ 6 ਸਾਲਾਂ ਤੋਂ ਆ, ਇਹ ਤਾਂ ਕਿਸੇ ਦੀ ਪਰਵਾਹ ਨਹੀਂ ਕਰਦਾ। ਔਰ ਫਿਰ ਦੂਸਰੀ ਸਾਈਡ ਸਿਤਮ ਇਹ ਆ, ਇਹ UNO ਦਾ ਪਰਮਾਨੈਂਟ ਮੈਂਬਰ ਬਣਨਾ ਚਾਹੁੰਦਾ। ਜਦੋਂ ਕਿਸਾਨਾਂ ਦੇ ਹੱਕਾਂ ਦਾ ਹੀ ਘਾਣ ਕਰ ਰਿਹਾ ਤਾਂ ਕਿਸ ਤਰ੍ਹਾਂ ਇਹ ਆਸ ਰੱਖ ਸਕਦਾ ਵੀ ਮੈਂ UNO ਦਾ ਪਰਮਾਨੈਂਟ ਮੈਂਬਰ ਬਣ ਜੂ? ਫਿਰ ਇਹਦੀ ਸ਼ਿਕਾਇਤ UNO ਦੇ ਕੋਲ ਕੀਤੀ ਜਾ ਸਕਦੀ ਹੈ ਜਾਂ ਉਹਦਾ ਪ੍ਰੋਸੈਸ ਚੱਲ ਰਿਹਾ ਕਿ ਕੀਤੀ ਜਾਣੀ ਹੈ? ਇਹ ਪ੍ਰੋਸੈਸ ਚੱਲ ਰਿਹਾ ਹੈ। ਇਹ ਕਾਨੂੰਨ ਜਿਹੜੀ ਇਹ ਸ਼ਿਕਾਇਤ ਜ਼ਰੂਰ ਕੀਤੀ ਜਾਏਗੀ। ਜਿਹੜਾ ਪ੍ਰੋਟੈਸਟ ਨੂੰ, ਪਹਿਲਾਂ ਤਾਂ ਇਹ ਪ੍ਰੋਟੈਸਟ ਨੂੰ ਰੋਕ ਨਹੀਂ ਸਕਦੇ ਸੀ, ਹਰਿਆਣਾ ਗੌਰਮੈਂਟ, ਖੱਟੜ ਗੌਰਮੈਂਟ ਇਹ ਰੋਕ ਨਹੀਂ ਸਕਦੀ ਸੀ। ਉਹ ਜਿਹੜੀਆਂ ਸੜਕਾਂ, ਜਿਹੜੇ ਇਹਨਾਂ ਨੇ ਨੈਸ਼ਨਲ ਹਾਈਵੇ ਪੱਟੇ ਹੈਗੇ ਆ, ਇਹਦੇ ਖਿਲਾਫ ਜ਼ਰੂਰ ਜਿਹੜੀ ਹੈਗੀ ਆ ਉਹ ਚੱਲ ਰਿਹਾ ਪ੍ਰੋਸੈਸ। UNO ਦੇ ਵਿੱਚ ਜਿਹੜੀ ਹੈਗੀ ਆ ਉਹ ਦਾਖਲ ਕੀਤੀ ਜਾਏਗੀ। ਜਿਹੜੀ ਵਕੀਲ ਸਾਹਿਬ, ਬੀਤੇ ਦਿਨੇ BJP ਦੇ ਲੀਡਰਾਂ ਵੱਲੋਂ, ਮੰਤਰੀਆਂ ਵੱਲੋਂ ਵੀ ਕਿਹਾ ਗਿਆ ਸੀਗਾ ਜਾਂ ਗੋਦੀ ਮੀਡੀਆ ਵੱਲੋਂ ਕਿ ਪਹਿਲਾਂ ਤਾਂ ਕਿਸਾਨਾਂ ਨੂੰ ਜਿਹੜੇ ਸੰਘਰਸ਼ ਕਰ ਰਹੇ ਉਹਨਾਂ ਨੂੰ ਅੱਤਵਾਦੀ, ਵੱਖਵਾਦੀ ਕਿਹਾ ਗਿਆ ਸੀਗਾ, ਅਤੇ ਹੁਣ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਿਵੇਂ ਖਾਲਸਾ ਏਡ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਆ ਕਿ ਇਹਨਾਂ ਨੂੰ ਅੱਤਵਾਦੀਆਂ ਵੱਲੋਂ ਫੰਡਿੰਗ ਕੀਤੀ ਜਾ ਰਹੀ ਆ। ਅਖੰਡ ਕੀਰਤਨੀ ਜਥੇ ਦੇ ਉੱਤੇ ਸਵਾਲ ਚੁੱਕੇ ਆ। ਇਸ ਤੋਂ ਇਲਾਵਾ ਜਿਹੜਾ ਸਿੱਖਾਂ ਦਾ ਸਰਵਉੱਚ ਅਦਾਲਤ ਅਕਾਲ ਤਖਤ ਆ, ਉੱਥੇ ਜਿਹੜੀ ਇੱਕ ਸੰਤ ਜਰਨੈਲ ਸਿੰਘ ਦੀ ਯਾਦਗਾਰ ਬਣਾਈ ਗਈ ਹੈ, ਸੰਤ ਜਰਨੈਲ ਸਿੰਘ ਭਿੰਡਰਾਲੇ ਨੂੰ ਵੀ ਅੱਤਵਾਦੀ ਦੱਸਿਆ ਗਿਆ ਹੈ।
ਕੀ ਲੱਗਦਾ ਕਿ ਜਿਹੜਾ ਇਸ ਸੰਘਰਸ਼ ਨੂੰ ਖੇਰੂ ਖੇਰੂ ਕਰਨ ਦੇ ਲਈ ਇਹੋ ਜਿਹੇ ਭੜਕਾਊ ਬਿਆਨ ਦਿੱਤੇ ਜਾ ਰਹੇ ਨੇ, ਜਾਂ ਇਸ ਨੂੰ ਜਿਹੜਾ ਹੈਗਾ ਭੜਕਾ ਕੇ ਵੀ ਮਾਹੌਲ ਖ਼ਰਾਬ ਕਰਕੇ ਜਿਹੜਾ ਹੈਗਾ ਇਹ ਧਰਨਾ ਚੁਕਵਾਇਆ ਜਾ ਸਕੇ? ਬਿਲਕੁਲ ਸੱਚ। ਸੈਂਟਰ ਗਵਰਨਮੈਂਟ ਤਾਂ ਚਾਹੁੰਦੀ ਹੈ ਵੀ ਭੜਕਾਊ ਬਿਆਨ ਦੇ ਕੇ ਜਿਹੜਾ ਹੈਗਾ ਇਹ ਜਿਹੜਾ ਪੀਸਫੁਲ ਅੰਦੋਲਨ ਆ ਇਹ ਵਾਇਲੈਂਸ ਵੀ ਚਲੇ ਜਾਏ, ਵੀ ਸਾਨੂੰ ਕੋਈ ਬਹਾਨਾ ਮਿਲ ਜਾਵੇ। ਜਿਹੜੀ ਤੁਸੀਂ ਗੱਲ ਕਰੀ ਬਈ ਅੱਤਵਾਦੀ ਜਾਂ ਖਾਲਿਸਤਾਨੀ ਕਿਹਾ ਜਾ ਰਿਹਾ, ਉਹ ਤਾਂ ਆਜ਼ਾਦੀ ਤੋਂ ਬਾਅਦ ਵੀ ਇਹਨਾਂ ਨੇ ਜਿਹੜੇ ਹੈਗੇ ਆ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਦਿੱਤਾ ਸੀ। ਪਰ ਹੁਣ ਕਿਉਂਕਿ ਜਿਹੜੇ ਮੁਲਕ ਦੇ ਬਹੁਤ ਸੂਬੇ ਸਮਝ ਗਏ ਆ ਵੀ ਗੁਰੂ ਨਾਨਕ ਫਿਲਾਸਫੀ ਕੀ ਆ, ਉਹ ਜਿਸ ਤਰ੍ਹਾਂ ਸਾਡੀ ਹਰਿਆਣਾ ਨੇ ਮਦਦ ਕੀਤੀ ਆ, ਹਰਿਆਣੇ ਦੀ ਮਦਦ ਕਰਕੇ ਹੀ ਅਸੀਂ ਉੱਥੇ ਦਿੱਲੀ ਦੇ ਬਾਰਡਰਾਂ ਤੱਕ ਪਹੁੰਚੇ ਹੈਗੇ ਆ। ਬਾਕੀ ਜਿਹੜੀਆਂ ਉਹ ਜਥੇਬੰਦੀਆਂ ਦੇ ਖਿਲਾਫ ਜਿਹੜੇ ਵੀ ਇਹ ਕਹਿ ਰਹੇ ਆ, ਤਾਂ ਉਹ ਕਿ ਹਰ ਹਾਲਤ ਉਹ ਜਿਹੜਾ ਗੋਦੀ ਮੀਡੀਆ ਹੈ ਉਹਦੇ ਖਿਲਾਫ ਕੇਸ ਕਰਨਾ ਚਾਹੀਦਾ ਹੈ ਇਹ ਜਥੇਬੰਦੀਆਂ ਨੂੰ, ਔਰ ਉਹਦੇ ਵਿੱਚ ਜੇ ਅਦਾਲਤ ਵੀ ਜਾਊਂਗੇ ਤਾਂ ਇਹ ਕਾਮਯਾਬ ਹੋਣਗੇ। ਕੀ ਉਮੀਦ ਰੱਖਦੇ ਹੋ 4 ਤਰੀਕ ਦਾ ਜਿਹੜਾ ਹੈਗਾ ਸਮਾਂ ਦਿੱਤਾ ਗਿਆ, ਅਦਾਲਤ ਦੇ ਵਿੱਚ ਵੀ ਜਿਹੜੀ ਹੈਗੀ ਹੈ ਅਗਲੀ ਤਰੀਕ ਸੁਣਵਾਈ ਦੇ ਲਈ 4 ਤਰੀਕ ਹੀ 4 ਜਨਵਰੀ ਆ, ਤੇ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਵੀ 4 ਤਰੀਕ ਦਿੱਤੀ ਗਈ ਆ। ਕਿਵੇਂ ਦੇਖਦੇ ਹੋ ਇਹ ਦੋਨੇ ਸੇਮ ਤਰੀਕ ਹੋ ਗਈ ਆ? ਕੀ ਲੱਗਦਾ ਕਿ ਇਹਦੇ ਪਿੱਛੇ ਕੋਈ ਰਾਜ ਹੈਗਾ? ਇਹਦੇ ਪਿੱਛੇ ਰਾਜ ਵੀ ਹੋ ਸਕਦਾ ਹੈਗਾ, ਕਿਉਂਕਿ ਜਿਹੜੀ ਸੈਂਟਰ ਸਰਕਾਰ ਦੀ ਬਹੁਤ ਹੇਠੀ ਹੋ ਗਈ ਆ। ਸੈਂਟਰ ਸਰਕਾਰ ਕੋਲ ਤਾਂ ਹੁਣ ਸੈਂਟਰ ਸਰਕਾਰ ਤਾਂ ਆਪ ਚਾਹੁੰਦੀ ਆ ਵੀ ਕੋਈ ਸਟੇ ਲੱਗ ਜਾਵੇ, ਪਰ ਸਾਡੀ ਨਾ ਹੋਏ, ਵੀ ਸਾਡੀ ਬੇਇੱਜ਼ਤੀ ਨਾ ਹੋਏ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਜੇਕਰ ਸਾਨੂੰ ਹੀ ਕਰਨੇ ਪੈ ਗਏ, ਜੇ ਬਾਕੀ ਜਿਹੜੇ ਅਸੀਂ ਕਾਨੂੰਨ ਵੀ ਪਾਸ ਕਰੇ ਹੋਏ ਆ ਉਹ ਜਿਹੜੇ ਹੈਗੇ ਆ ਵੀ ਉਹਨਾਂ 'ਤੇ ਵੀ ਅੰਦੋਲਨ ਚੱਲ ਜਾਏਗਾ, ਸਾਨੂੰ ਉਹ ਵੀ ਕਰਨੇ ਹੈਗੇ। ਹੁਣ ਹੋ ਸਕਦਾ ਹੈਗਾ ਵੀ ਇਹ ਸੁਪਰੀਮ ਕੋਰਟ ਦੇ ਥਰੂ ਹੀ ਕਰਾਉਣ ਜਿਹੜਾ ਹੈ, ਕਿਉਂਕਿ 4 ਤਰੀਕ ਨੂੰ ਜਿਹੜਾ ਤਰੀਕ ਰੱਖੀ ਹੋਈ ਆ, ਅਦਰਵਾਈਜ਼ ਤਾਂ 1 ਦਿਨ ਜਾਂ 2 ਦਿਨ ਬਾਅਦ ਆ। ਜਿਹੜੇ ਕਹਿੰਦੇ ਤਿਆਰੀ ਕਰਨੀ ਆ, ਤਿਆਰੀ ਕਾਹਦੇ ਲਈ ਕਰਨੀ ਆ? ਤਿਆਰੀ ਤਾਂ ਪਹਿਲਾਂ ਦੀ ਹੈਗੀ ਆ, ਇਹਨਾਂ ਨੇ ਕੀਤੀ ਹੋਈ। 4 ਤਰੀਕ ਨੂੰ ਇਸੇ ਗੱਲ 'ਤੇ ਰੱਖੀ ਹੋਈ। ਸੁਪਰੀਮ ਕੋਰਟ ਦੀ ਵੀ ਹੀਅਰਿੰਗ ਆ, ਸੁਪਰੀਮ ਕੋਰਟ ਦੀ ਹੀਅਰਿੰਗ ਸਵੇਰੇ ਸ਼ੁਰੂ ਹੋ ਜਾਏਗੀ, ਇਹਨਾਂ ਦੀ 2 ਵਜੇ ਆ। ਇਸ ਲਈ ਹੋ ਸਕਦਾ ਹੈਗਾ ਹੁਣ ਇਹ ਤਾਂ ਬਈ ਜਿਹੜਾ ਹੈ, ਕਿਉਂਕਿ ਇਹ ਵੀ ਆ ਬਈ ਸੁਪਰੀਮ ਕੋਰਟ ਵੀ ਕੁਛ ਹੱਦ ਤੱਕ ਜਿਸ ਤਰ੍ਹਾਂ ਵੀ ਹੈ ਪਿਛਲੇ ਹੈਗਾ ਵੀ ਸੁਪਰੀਮ ਕੋਰਟ ਵੀ ਸ਼ਾਇਦ ਸੈਂਟਰ ਸਰਕਾਰ ਦੇ ਦਬਾਅ ਹੇਠ ਹੈ। ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਮਨੁੱਖੀ ਅਧਿਕਾਰਾਂ ਦੇ ਲਈ ਲਗਾਤਾਰ ਲੜਾਈ ਲੜਦੇ ਆ ਰਹੇ ਹੋ, ਇਸ ਦੌਰਾਨ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ, ਜਿਵੇਂ ਕਿ ਲੋਕਤੰਤਰ ਦਾ ਤੁਸੀਂ ਦੱਸਿਆ ਫੈਡਰਲ ਢਾਂਚੇ ਨੂੰ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਸਿੱਧਾ ਤੋੜਿਆ ਜਾ ਰਿਹਾ ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ। ਕਿਵੇਂ ਜਿਹੜੀ ਹੈਗੀ ਸੇਵਾਵਾਂ ਦੇਣਗੇ ਮਹਿੰਦਰ ਸਿੰਘ ਜੀ ਜਿਹੜੇ ਹੈਗੇ ਆ ਕਿਸਾਨਾਂ ਦੇ ਨਾਲ ਰਲ ਕੇ? ਠੀਕ ਆ, ਮੈਂ ਤਾਂ 20 ਸਾਲਾਂ ਤੋਂ ਮੇਰੀ ਇਹੀ ਪੜ੍ਹਾਈ ਜਾ ਰਹੀ ਆ, ਮੇਰੀ ਰਿਸਰਚ ਵੀ ਚੱਲ ਰਹੀ ਆ। ਮੈਂ ਤਾਂ ਤਨੋ ਮਨੋ ਧਨੋ ਜਿਹੜਾ ਹੈਗਾ ਮਦਦ ਕਰ ਰਿਹਾ ਹੈਗਾ। ਜੋ ਕੋਈ ਮੇਰੇ ਕੋਲੋਂ ਸਰਦਾ ਹੈ ਮੈਂ ਦਿੰਦਾ ਜਾ ਰਿਹਾ। ਅੱਗੇ ਨੂੰ ਵੀ ਜੇ ਵੀ ਕੋਈ ਵੀ ਜਥੇਬੰਦੀ, ਕਿਸਾਨ ਜਥੇਬੰਦੀ ਮੈਨੂੰ ਕਿਤੇ ਬੁਲਾਉਂਦੀ ਹੈਗੀ ਆ, ਤਾਂ ਮੈਂ ਜਿਹੜੀਆਂ ਹੈ ਆਪਣੀਆਂ ਸੇਵਾਵਾਂ ਉਹਨਾਂ ਨੂੰ ਬਿਲਕੁਲ ਦੇਣੇ ਨੂੰ ਤਿਆਰ ਹੈਗਾ। ਮੇਰਾ ਕੋਈ ਸਵਾਰਥ ਨਹੀਂ ਹੋਏਗਾ। ਮੈਂ ਤਾਂ ਆਪਣੇ ਵੱਲੋਂ ਵੀ ਜਿਹੜਾ ਹੈਗਾ ਉਹਨਾਂ ਨੂੰ ਕੁਛ ਹੋਰ ਦਿੰਦਾ ਹੀ ਜਾਵਾਂਗਾ। ਮਤਲਬ ਮੈਨੂੰ ਉਹ ਨਹੀਂ, ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਹੈਗਾ। ਮੈਂ ਬਿਲਕੁਲ ਹੈਗਾ ਉਹਨਾਂ ਦੇ ਕਿਸਾਨਾਂ ਦੇ ਨਾਲ ਆ, ਔਰ ਜਲਦੀ ਆਸ ਕਰਦੇ ਹੈਗੇ ਆ ਵੀ 4 ਤਰੀਕ ਨੂੰ ਸਾਨੂੰ ਸਾਡੇ ਹੱਕ ਦੇ ਵਿੱਚ, ਕਿਸਾਨਾਂ ਦੇ ਹੱਕ ਵਿੱਚ ਫੈਸਲਾ ਹੋ ਜਾਣ, ਤਾਂ ਕਿ ਉਹ ਸਾਰੇ ਜੇਕਰ ਕਾਨੂੰਨ ਵਿਦਡਰਾ ਹੋ ਜਾਂਦੇ ਆ ਘਰੋਂ ਘਰੀ ਆਪਣੇ ਘਰੋਂ ਘਰੀ ਚਲੇ ਜਾਣ। ਸੋ ਬਿਲਕੁਲ ਹਰ ਕੋਈ ਕਿਸਾਨਾਂ ਦੇ ਲਈ, ਦੇਸ਼ ਦੇ ਅੰਨਦਾਤਾ ਦੇ ਲਈ ਅਰਦਾਸ ਕਰ ਰਿਹਾ ਕਿ ਉਹਨਾਂ ਦੀ ਜਿੱਤ ਹੋਵੇ, ਕਿਉਂਕਿ ਉਹ ਅਸਲੀ ਹੱਕਾਂ ਦੀ ਲੜਾਈ ਲੜ ਰਿਹਾ, ਸੱਚ ਦੀ ਲੜਾਈ ਲੜ ਰਿਹਾ। ਕਿਸਾਨੀ ਨੂੰ ਜਿਹੜਾ ਹੈਗਾ ਖਤਰਾ ਹੈ। ਕੇਂਦਰ ਵੱਲੋਂ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਕੋਆਪਰੇਟ ਘਰਾਣਿਆਂ ਨੂੰ ਜਿਹੜਾ ਹੈਗਾ ਲਾਭ ਪਹੁੰਚਾਉਣ ਦੇ ਲਈ ਇਹ ਕਾਲੇ ਕਾਨੂੰਨ ਲੈ ਕੇ ਆਈ ਆ। ਅਗਰ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਆ ਤਾਂ ਨਾ ਤਾਂ ਦੇਸ਼ ਦਾ ਅੰਨਦਾਤਾ ਰਹੇਗਾ, ਨਾ ਖੇਤੀ ਰਹੇਗੀ। ਕੋਆਪਰੇਟ ਘਰਾਣਿਆਂ ਵੱਲੋਂ ਜਿਹੜਾ ਹੈਗਾ ਅਨਾਜ ਨੂੰ ਜਿਹੜਾ ਹੈਗਾ ਸਟੋਰ ਕਰਕੇ ਉਸ ਦੀ ਕਾਲਾ ਬਾਜ਼ਾਰੀ ਕੀਤੀ ਜਾਵੇਗੀ। ਫਿਰ ਜੋ ਆਮ ਰੋਜ਼ਾਨਾ ਦੀਆਂ ਖਾਣ ਪੀਣ ਦੀਆਂ ਵਸਤੂਆਂ ਉਹਨਾਂ ਦੇ ਰੇਟ ਅਸਮਾਨੀ ਚੜ੍ਹ ਜਾਣਗੇ ਅਤੇ ਲੋਕ ਜਿਹੜੇ ਹੈਗੇ ਭੁੱਖੇ ਸੜਕਾਂ 'ਤੇ ਮਰਨ ਲਈ ਮਜਬੂਰ ਹੋ ਜਾਣਗੇ, ਜਿਸ ਕਰਕੇ ਇਹਨਾਂ ਖੇਤੀ ਕਾਨੂੰਨਾਂ ਦਾ
ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਤੇ ਹਰ ਕੋਈ ਪੜ੍ਹਿਆ ਲਿਖਿਆ ਵਰਗ ਜਿਹੜਾ ਹੈਗਾ ਬੀਜੇਪੀ ਨੂੰ ਛੱਡ ਕੇ ਹਰ ਇੱਕ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਸਾਥ ਦੇ ਰਹੀਆਂ ਨੇ। ਗਾਇਕ ਹੋਣ, ਵਕੀਲ ਹੋਣ, ਲੇਖਕ ਹੋਣ, ਹਰ ਇੱਕ ਵਰਗ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਖੜਾ ਹੈ ਤੇ ਅਰਦਾਸ ਕਰ ਰਿਹਾ ਕਿ ਜਲਦੀ ਕਿਸਾਨ ਇਹ ਜਿਹੜਾ ਹੈਗਾ ਮੋਰਚਾ ਫਤਿਹ ਕਰਕੇ ਆਪਣੇ ਘਰਾਂ ਨੂੰ ਜਾਣ ਤੇ ਕਿਸਾਨ ਜਿਹੜਾ ਹੈਗਾ ਦੇਸ਼ ਦਾ ਅੰਨਦਾਤਾ ਆਪਣਾ ਅੰਨ ਪੈਦਾ ਕਰਕੇ ਦੇਸ਼ ਦਾ ਢਿੱਡ ਭਰਦਾ ਰਹੇ। ਨਵਜੋਤ ਸਿੰਘ ਦੇ ਨਾਲ ਸੱਜਣ ਸਿੰਘ ਸੈਣੀ ਦਾ NRI TV ਰੂਪਨਗਰ।